ਜਗਤਰੀ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਲਵਾ ਰਹੀ, ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ। ਵਡਭਾਗ ਹੈ ਜੋ ਸਤ ਸੰਗਤ ਦੇ ਵਿੱਚ ਜੁੜ ਕੇ ਜੀਵਨ ਨੂੰ ਸਫਲ ਬਣਾਉਣ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸਰਬੱਤ ਸੰਗਤਾਂ ਨੇ ਸ਼ਾਮਾਂ ਤੋਂ ਸਤਿਗੁਰਾਂ ਦੇ ਦਰਸ਼ਨ, ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ, ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ, ਸ਼੍ਰੀ ਮੁਖ ਵਾਕ ਸ਼੍ਰਵਣ ਕਰਕੇ ਲਾਭ ਖੱਟਿਆ, ਲਾਹਾ ਪ੍ਰਾਪਤ ਕੀਤਾ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਸੋ ਆਓ ਗੁਰੂ ਕੇ ਪਾਵਨ ਇਤਿਹਾਸ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ, ਰਸਨਾ ਸਫਲਾਓ, ਬੁਲੰਦ ਆਵਾਜ਼ ਵਿੱਚ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ੍ਹ ਵਾਲੀ ਵਿਚਾਰ ਸੰਖੇਪ ਮਾਤਰ ਦੁਹਰਾ ਲਈਏ ਤਾਂ ਕਿ ਲੜੀ ਜੁੜ ਜਾਵੇ ਔਰ ਆਉਣ ਵਾਲੇ ਪ੍ਰਸੰਗ ਸਮਝ ਪੈ ਜਾਵਨ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਾਲੇ ਖਾਨ ਨੇ ਜੰਗ ਦੇ ਵਿੱਚ ਲਲਕਾਰਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਸ ਦੀ ਲਲਕਾਰ, ਇਸ ਦੀ ਵੰਗਾਰ ਸਵੀਕਾਰ ਕੀਤੀ। ਇਸ ਨੇ ਇੱਕ ਤਿੱਖਾ ਤੀਰ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਉੱਪਰ ਚਲਾਇਆ, ਜੋ ਸੱਚੇ ਪਾਤਸ਼ਾਹ ਦੇ ਪਾਵਨ ਮੱਥੇ ਨੂੰ, ਪਵਿੱਤਰ ਮੱਥੇ ਨੂੰ ਛੂਹ ਕੇ ਲੰਘਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਅੱਗੋਂ ਇੱਕ ਤੀਰ ਚਲਾਇਆ ਹੈ। ਜਿਸ ਸਮੇਂ ਇਸ ਨੇ ਗਰੀਬ ਨਵਾਜ ਨੂੰ ਕਰ ਕਮਲਾਂ ਵਿੱਚ ਪਕੜ ਕੇ ਤੀਰ ਨੂੰ ਸਾਹਮਣੇ ਕਰਦਿਆਂ ਵੇਖਿਆ, ਉਲਾਰਦਿਆਂ ਵੇਖਿਆ, ਸਮਝ ਗਿਆ ਕਿ ਸੱਚੇ ਪਾਤਸ਼ਾਹ ਵੀਰ ਰਸ ਵਿੱਚ ਹੈ। ਸੋ ਇਸ ਨੇ ਆਪਣੇ ਬਚਾਅ ਦੇ ਲਈ ਟਲਣ ਦੀ ਕੋਸ਼ਿਸ਼ ਕੀਤੀ। ਇਹ ਤੇ ਗਰੀਬ ਨਵਾਜ ਦੇ ਤੀਰ ਦੀ ਮਾਰ ਤੋਂ ਬਚ ਗਿਆ, ਪਰ ਇਸ ਦਾ ਘੋੜਾ ਗਰੀਬ ਨਵਾਜ ਦੇ ਤੀਰ ਦੀ ਮਾਰ ਹੇਠ ਆ ਗਿਆ ਹੈ। ਘੋੜੇ ਦੇ ਮਰਨ 'ਤੇ ਇਹ ਪੈਦਲ ਹੋ ਕੇ ਧਰਤੀ 'ਤੇ ਖਲੋਤਾ ਤੇ ਸੱਚੇ ਪਾਤਸ਼ਾਹ ਨੂੰ ਘੋੜੇ ਦੀ ਸਵਾਰੀ ਤਿਆਗ ਕੇ ਔਰ ਸ਼੍ਰੀ ਸਾਹਿਬ ਦੇ ਨਾਲ ਦਵੰਦ ਯੁੱਧ ਦੀ ਚੁਣੌਤੀ ਇਸ ਨੇ ਦਿੱਤੀ। ਸੱਚੇ ਪਾਤਸ਼ਾਹ ਨੇ ਉਹ ਚੁਣੌਤੀ ਇਸ ਦੀ ਕਬੂਲ ਕੀਤੀ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਉੱਪਰ ਇਸ ਨੇ ਪਹਿਲਾਂ ਸ਼੍ਰੀ ਸਾਹਿਬ ਦਾ ਵਾਰ ਕੀਤਾ ਹੈ। ਗਰੀਬ ਨਵਾਜ ਨੇ ਢਾਲ 'ਤੇ ਰੋਕਿਆ ਹੈ। ਆਪ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਸ ਦੇ ਉੱਪਰ ਸ਼੍ਰੀ ਸਾਹਿਬ ਦਾ ਵਾਰ ਕੀਤਾ, ਜੋ ਕਾਲੇ ਖਾਨ ਨੇ ਆਪਣੀ ਸ਼੍ਰੀ ਸਾਹਿਬ ਦੇ ਉੱਪਰ ਰੋਕਿਆ। ਔਰ ਇਹ ਵਾਰ ਇੰਨਾ ਭਿਆਨਕ ਸੀ ਕਿ ਦੋਵਾਂ ਸ਼੍ਰੀ ਸਾਹਿਬਾਂ ਦੇ ਆਪਸਰੀ ਦੇ ਵਿੱਚ ਟਕਰਾਉਣ ਦਾ ਕਰਕੇ ਚੰਗਿਆੜੇ ਨਿਕਲ ਗਏ ਵਿੱਚੋਂ, ਪਰ ਟੁੱਟਣੋਂ ਦੋਵੇਂ ਸ਼੍ਰੀ ਸਾਹਿਬਾਂ ਬਚ ਗਈਆਂ। ਕਾਲੇ ਖਾਨ ਨੇ ਚਲਾਕੀ ਖੇਡੀ, ਫੁਰਤੀ ਵਿਖਾਈ। ਇਹ ਛੇਤੀ ਦੇ ਨਾਲ ਛਾਲ ਲਾ ਕੇ ਉਛਲ ਕੇ ਪਿੱਛੇ ਹੋ ਗਿਆ ਹੈ, ਸੱਚੇ ਪਾਤਸ਼ਾਹ ਤੋਂ ਦੂਰੀ ਬਣਾ ਗਿਆ। ਇਉਂ ਵਾਰ-ਵਾਰ ਰਣ ਭੂਮੀ ਦੇ ਵਿੱਚ ਵਾਰ ਹੋਏ। ਕਦੇ ਇਸ ਨੇ ਮਹਾਰਾਜ ਦੇ ਉੱਪਰ ਵਾਰ ਕੀਤੇ, ਕਦੇ ਮਹਾਰਾਜ ਸਾਹਿਬ ਨੇ ਇਸ ਉੱਪਰ ਵਾਰ ਕੀਤੇ। ਜਦੋਂ ਇਹ ਜੰਗ ਇਸ ਤਰੀਕੇ ਨਾਲ ਚੱਲ ਰਿਹਾ ਸੀ, ਕਰਤਾਰਪੁਰ ਸਾਹਿਬ ਦੀ ਵੇਖ ਰਹੀ ਸੰਗਤ ਦੇ ਹਿਰਦੇ ਵਿੱਚ ਸ਼ੰਕਾ ਹੋਈ। ਸਿੱਖ ਸੂਰਮਿਆਂ ਦੇ ਹਿਰਦੇ ਵਿੱਚ ਸੰਸਾ ਪੈਦਾ ਹੋਇਆ ਕਿ ਸੱਚੇ ਪਾਤਸ਼ਾਹ ਦੇ ਨਾਲ ਤਾਂ ਇੰਨਾ ਲੰਮਾ ਸਮਾਂ ਕੋਈ ਯੋਧਾ ਅੜ ਹੀ ਨਹੀਂ ਸਕਿਆ ਹੈ ਜੰਗ ਵਿੱਚ। ਸੋ ਇਹ ਕਿਸ ਤਰੀਕੇ ਨਾਲ ਇੰਨਾ ਲੰਮਾ ਸਮਾਂ ਮੁਕਾਬਲਾ ਕਰ ਗਿਆ ਹੈ। ਗਰੀਬ ਨਵਾਜ ਨੇ ਸਭ ਦੇ ਮਨ ਦੀ ਪਛਾਣੀ ਔਰ ਜੋ ਖੇਡਾਂ ਸੱਚੇ ਪਾਤਸ਼ਾਹ ਕਾਲੇ ਖਾਨ ਦੇ ਨਾਲ ਖੇਡ ਰਹੇ ਸੀ ਰੰਗ ਭੂਮੀ ਦੇ ਵਿੱਚ, ਉਹਨਾਂ ਖੇਡਾਂ ਨੂੰ ਸੰਕੋਚਣ ਦਾ ਮਨ ਬਣਾ ਲਿਆ ਹੈ। ਇਸ ਨੇ ਕਾਲੇ ਖਾਨ ਨੇ ਬੜੇ ਜ਼ੋਰ ਦੇ ਨਾਲ ਸੱਚੇ ਪਾਤਸ਼ਾਹ ਦੇ ਉੱਪਰ ਇੱਕ ਭਰਮਾ ਵਾਰ ਸ਼੍ਰੀ ਸਾਹਿਬ ਦਾ ਕੀਤਾ। ਗਰੀਬ ਨਵਾਜ ਨੇ ਢਾਲ ਦੇ ਉੱਪਰ ਇਸ ਵਾਰ ਨੂੰ ਰੋਕਿਆ
ਔਰ ਰੋਕ ਕਰਕੇ ਉਹ ਹੀ ਢਾਲਾ ਕਾਲੇ ਖਾਨ ਦੇ ਮੱਥੇ ਦੇ ਵਿੱਚ ਮਾਰਿਆ। ਜਿਸ ਸਮੇਂ ਉਸ ਦੇ ਮੱਥੇ ਦੇ ਵਿੱਚ ਢਾਲ ਦੀ ਸੱਟ ਲੱਗੀ, ਚੋਟ ਲੱਗੀ, ਇਹ ਆਪਣੇ ਸਰੀਰ ਨੂੰ ਸੰਭਾਲ ਨਹੀਂ ਸਕਿਆ ਔਰ ਪਿੱਛੇ ਨੂੰ ਡਿੱਗਣ ਲੱਗਾ ਹੈ। ਜਿਸ ਵਕਤ ਇਹਦੇ ਸਰੀਰ ਦਾ ਉਲਾਰ ਪਿੱਛੇ ਨੂੰ ਹੋਇਆ, ਡਿੱਗਣ ਲੱਗਾ, ਸੱਚੇ ਪਾਤਸ਼ਾਹ ਨੇ ਆਪਣੇ ਕਰ ਕਮਲ ਦੇ ਵਿੱਚ ਪਕੜੀ ਹੋਈ ਸ਼੍ਰੀ ਸਾਹਿਬ ਦੇ ਨਾਲ ਬੜਾ ਭਾਰੀ ਭਰਮਾ ਫੁਰਤੀ ਦੇ ਨਾਲ ਵਾਰ ਕੀਤਾ ਹੈ। ਉਹ ਖੜਾ ਵਾਰ ਸਿੱਧਾ ਇਸ ਦੇ ਸਿਰ ਦੇ ਵਿਚਾਲੇ ਲੱਗਿਆ ਔਰ ਇਸ ਦੇ ਸਾਰੇ ਸਰੀਰ ਨੂੰ ਚੀਰਦਿਆਂ ਹੋਇਆਂ ਸ਼੍ਰੀ ਸਾਹਿਬ ਕੁਛ ਧਰਤੀ ਦੇ ਵਿੱਚ ਧਸ ਗਈ। ਇਸ ਤਰੀਕੇ ਦੇ ਨਾਲ ਇਹਦਾ ਸਰੀਰ ਦੋ ਫਾੜ ਹੋ ਗਿਆ ਹੈ। ਇੱਕ ਅੱਖ, ਇੱਕ ਕੰਨ, ਇੱਕ ਹੱਥ ਤੇ ਇੱਕ ਲੱਤ ਇੱਕ ਹਿੱਸੇ ਵਿੱਚ, ਤੇ ਦੂਜੇ ਸਰੀਰ ਦੇ ਅੰਗ ਆ ਜਿਹੜੇ ਉਹ ਦੂਜੇ ਹਿੱਸੇ ਦੇ ਵਿੱਚ। ਇਉਂ ਜਿਸ ਪ੍ਰਕਾਰ ਜਿਸ ਸਮੇਂ ਕਾਲੇ ਖਾਨ ਦੀ ਸੱਚੇ ਪਾਤਸ਼ਾਹ ਦੇ ਹੱਥੋਂ ਮੌਤ ਹੋਈ, ਸਿੱਖ ਸੂਰਮਿਆਂ ਨੇ ਜੈ ਜੈਕਾਰ ਦੇ ਜਕਾਰੇ ਆਰੰਭ ਕਰ ਦਿੱਤੇ, ਜਿੱਤ ਦੇ ਨਗਾਰੇ ਵਜਾ ਦਿੱਤੇ ਔਰ ਇਸ ਦੀ ਜੋ ਫੌਜ ਸੀ ਬਾਕੀ ਬਚੀ ਹੋਈ, ਉੱਥੋਂ ਜੰਗ ਭੂਮੀ ਦੇ ਵਿੱਚੋਂ ਨੱਸ ਗਈ ਹੈ, ਭੱਜ ਗਈ ਹੈ। ਕਿਉਂਕਿ ਜਦੋਂ ਆਗੂ ਹੀ ਮਾਰਿਆ ਗਿਆ ਹੋਵੇ, ਜਦੋਂ ਫੌਜ ਦਾ ਕੋਈ ਜਰਨੈਲ ਹੀ ਬਾਕੀ ਨਾ ਰਹਿ ਗਿਆ ਹੋਵੇ, ਫਿਰ ਕਿਸ ਤਰੀਕੇ ਦੇ ਨਾਲ ਫੌਜ ਲੜੇ? ਕੌਣ ਫੌਜ ਨੂੰ ਹੌਸਲਾ ਦੇਵੇ? ਜਿਹੜੇ ਰਣ ਛੱਡ ਕੇ ਭੱਜੇ ਹੋਏ ਫੌਜੀ ਸਨ, ਤੁਰਕ ਸੈਨਿਕ, ਉਹਨਾਂ ਨੇ ਜਾ ਕਰਕੇ ਆਪਣੇ ਨਗਰਾਂ ਦੇ ਵਿੱਚ ਸੁਨੇਹਾ ਦਿੱਤਾ ਹੈ ਕਾਲੇ ਖਾਨ ਦੀ ਹਾਰ ਦਾ ਤੇ ਤੁਰਕਾਂ ਦੀ ਸਮੂਹ ਖਪੀ ਹੋਈ ਮਰੀ ਹੋਈ ਫੌਜ ਦਾ। ਇਹ ਆਪਾਂ ਇੱਥੋਂ ਤੱਕ ਕੱਲ੍ਹ ਇਹ ਜਿਹੜਾ ਪ੍ਰਸੰਗ ਸੀ ਸ਼੍ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਨਾਲ ਗੁਰ ਇਤਿਹਾਸ ਦੀ ਵਿਚਾਰ ਆਈ ਹੈ, ਆ ਰਹੀ ਹੈ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗਰੀਬ ਨਵਾਜ ਦੇ ਪਾਵਨ ਇਤਿਹਾਸ ਦੇ ਨਾਲ ਜੁੜੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹ ਕਹ ਵਿਧਵਾ ਗਨ ਤੁਰਕਾਨੀ। ਇਉਂ ਜਦੋਂ ਮਾਰੀ ਗਈ ਫੌਜ ਦੇ ਵਿੱਚੋਂ ਜਿਹੜੇ ਬਚੇ ਹੋਏ ਤੁਰਕ ਕਾਲੇ ਖਾਨ ਦੀ ਮੌਤ ਤੋਂ ਬਾਅਦ ਭੱਜੇ ਔਰ ਭੱਜ ਕੇ ਤੁਰਕਾਂ ਦੇ ਘਰਾਂ ਦੇ ਵਿੱਚ ਜਾ ਕੇ ਇਹਨਾਂ ਨੇ ਤੁਰਕਾਂ ਦੀ ਮੌਤ ਦਾ, ਫੌਜ ਦੇ ਨਾਸ਼ ਹੋਣ ਦਾ ਸੁਨੇਹਾ ਦਿੱਤਾ ਹੈ। ਸੋ ਜਿਹੜੇ ਸੈਨਿਕ ਤੁਰਕਾਂ ਦੇ ਮਾਰੇ ਗਏ ਸਨ, ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਮੌਤ ਦੀ ਖਬਰ ਪੁੱਜੀ। ਜਿੱਥੇ ਕਿੱਥੇ ਬਹੁਤ ਸਾਰੀਆਂ ਜਿਹੜੀਆਂ ਤੁਰਕਾਣੀਆਂ ਹਨ, ਤੁਰਕਾਂ ਦੀਆਂ ਇਸਤਰੀਆਂ ਜਿਹੜੇ ਸੈਨਿਕ ਜੰਗ ਵਿੱਚ ਮਰ ਗਏ ਸੀ, ਉਹਨਾਂ ਦੀਆਂ ਘਰਾਂ ਵਾਲੀਆਂ ਵਿਧਵਾ ਦੇ ਰੂਪ ਦੇ ਵਿੱਚ ਫਿਰ ਰਹੀਆਂ ਹਨ ਜੀ। ਸਿਰ ਮੁਖ ਪੀਟਤ ਦੁਖੀ ਮਹਾਨੀ। ਆਪਣੇ ਸਿਰ ਨੂੰ ਪਿੱਟਦੀਆਂ, ਆਪਣੇ ਮੂੰਹ ਨੂੰ ਪਿੱਟਦੀਆਂ, ਦਹੱਥੜਾਂ ਮਾਰ ਮਾਰ ਕੇ ਆਪਣੇ ਘਰਾਂ ਵਾਲਿਆਂ ਦੀ ਜਾਨ ਕਰਕੇ, ਔਰ ਇਸ ਤਰੀਕੇ ਦੇ ਨਾਲ ਪਿੱਟ ਪਿੱਟ ਕੇ ਆਪਣੇ ਦੁੱਖ ਨੂੰ ਜ਼ਾਹਰ ਕਰਦੀਆਂ ਹਨ। ਉਤ ਕਾਬਲ ਅਰ ਦਿੱਲੀ ਦੇਸ਼। ਇੱਧਰ ਕਾਬਲ ਅਤੇ ਦਿੱਲੀ ਦੇ ਜਿਹੜੇ ਦੇਸ਼ ਹਨ ਜੀ। ਚਾਕਰ ਗ੍ਰਾਮਨ ਨਗਰ ਅਸ਼ੇਸ਼। ਇਹਨਾਂ ਪ੍ਰਦੇਸ਼ਾਂ ਦੇ ਜਿਹੜੇ ਨਗਰ ਪਿੰਡ ਸਨ, ਉੱਥੋਂ ਦੇ ਵਸਨੀਕ ਬਹੁਤ ਸਾਰੇ ਤੁਰਕ ਨੌਕਰ ਸੀ, ਸੈਨਿਕ ਸੀ, ਜਿਹੜੇ ਕਰਤਾਰਪੁਰ ਸਾਹਿਬ ਦੀ ਇਸ ਜੰਗ ਦੇ ਵਿੱਚ ਹਿੱਸਾ ਲੈਣ ਵਾਸਤੇ ਆਏ ਸਨ। ਸ਼ੋਕ ਬਾਸ ਕਰ ਵਿੱਚ ਤੁਰਕਾਨੇ। ਇਉਂ ਕਾਬਲ ਤੱਕ, ਦਿੱਲੀ ਤੱਕ, ਪਿੰਡਾਂ ਤੱਕ ਜਿੱਥੋਂ ਜਿੱਥੋਂ ਸੈਨਿਕ ਆਏ ਸੀ, ਉੱਥੋਂ ਤੱਕ ਉਹਨਾਂ ਦੀ ਮੌਤ ਦਾ ਸ਼ੋਕ ਹੈ ਜਿਹੜਾ ਉਹਨਾਂ ਦੇ ਘਰਾਂ ਵਿੱਚ ਫੈਲ ਗਿਆ ਹੈ। ਭਰਾਤ ਪਿਤਾਦ ਬੰਦ ਜਿਨ ਹਾਨੇ। ਜਿਨ੍ਹਾਂ ਦੇ ਕਈਆਂ ਦੇ ਭਰਾ ਮਾਰੇ ਗਏ ਇਸ ਜੰਗ ਦੇ ਵਿੱਚ, ਕਈਆਂ ਦੇ ਪਿਤਾ ਮਾਰੇ ਗਏ,
ਕਈਆਂ ਦੇ ਸੰਬੰਧੀ ਮਾਰੇ ਗਏ ਹਨ ਜੀ। ਕਿਸ ਕੋ ਪੁੱਤਰ ਭਤੀਜਾ ਕਾਹੂ, ਕਿਸੇ ਦਾ ਪੁੱਤਰ ਮਰਿਆ ਹੈ ਤੁਰਕ ਦਾ ਇਸ ਜੰਗ ਵਿੱਚ, ਕਿਸੇ ਦਾ ਭਤੀਜਾ ਇਸ ਜੰਗ ਦੀ ਭੇਟਾ ਚੜ ਗਿਆ। ਭਏ ਸੰਘਾਰਣ ਸੰਗਰ ਮਾਹੂ, ਇਸ ਤਰੀਕੇ ਨਾਲ ਕਰਤਾਰਪੁਰ ਸਾਹਿਬ ਦੇ ਭਿਆਨਕ ਜੰਗ ਦੇ ਵਿੱਚ ਇਹਨਾਂ ਦੀ ਮੌਤ ਹੋਈ। ਗੁਰੂ ਬੀਰਤਾ ਜ਼ਾਹਰ ਭਾਰੀ, ਇਧਰ ਗਰੀਬ ਨਵਾਜ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਭਾਰੀ ਬਹਾਦਰੀ ਸਾਰੇ ਸੰਸਾਰ ਵਿੱਚ ਫੈਲ ਗਈ, ਪ੍ਰਗਟ ਹੋ ਗਈ। ਬਚਿਓ ਕੌਣ ਜੋ ਗਇਓ ਅਗਾਰੀ, ਕਿਹੜਾ ਹੈ ਐਸਾ ਜਿਹੜਾ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਆਇਆ ਹੋਵੇ, ਸਾਹਮਣੇ ਆ ਗਿਆ ਹੋਵੇ ਤੇ ਫਿਰ ਉਸ ਦਾ ਬਚਾਅ ਹੋ ਸਕਿਆ ਹੋਵੇ। ਜਹਾਂ ਕਹਾਂ ਤੁਰਕਨ ਕੇ ਓਕ, ਜਿੱਥੇ ਕਿੱਥੇ ਤੱਕ ਤੁਰਕਾਂ ਦੇ ਘਰ ਹਨ, ਤੁਰਕਾਂ ਦਾ ਵਸੇਬਾ ਹੈ। ਕੀਨ ਅਖਾਰੋ ਕੰਜਰ ਸ਼ੋਕ, ਸਾਰਿਆਂ ਦੇ ਘਰਾਂ ਦੇ ਵਿੱਚ ਦੁੱਖ ਰੂਪੀ ਕੰਜਰ ਨੇ ਜਾ ਵਸੇਬਾ ਕੀਤਾ, ਜਾ ਕਰਕੇ ਇਹ ਵਸ ਗਿਆ ਹੈ, ਦੁੱਖ ਉਹਨਾਂ ਦੇ ਘਰ ਦੇ ਵਿੱਚ ਪਹੁੰਚਿਆ ਹੈ। ਨਾਇਣ ਦੇਤ ਤਲੀਮਨ ਨਾਚਤ, ਕਹਿੰਦੇ ਜਿਸ ਤਰੀਕੇ ਦੇ ਨਾਲ ਨਚਾਰ ਨੱਚਦੇ ਆ ਨਾ, ਕੰਜਰ ਨੱਚਣ ਵਾਲੇ, ਇਹ ਜਿਹੜਾ ਕੰਜਰ ਰੂਪੀ ਸ਼ੋਕ ਹੈ ਇਉਂ ਤੁਰਕਾਂ ਦੇ ਘਰ ਦੇ ਵਿੱਚ ਨੱਚ ਰਿਹਾ ਹੈ। ਔਰ ਇਸ ਨੂੰ ਨੱਚਣ ਦੇ ਤਲੀਮ ਸਿੱਖਿਆ ਕੌਣ ਦੇ ਰਿਹਾ ਹੈ? ਕਹਿੰਦੇ ਜਿਹੜੀ ਨੈਣ ਹੈ ਨਾ, ਅੱਗੇ ਅੱਗੇ ਬੋਲਦੀ ਆ, ਵੈਣ ਪਾਉਂਦੀ ਹੈ, ਵੈਣ ਪਾ ਕੇ ਫਿਰ ਦਹੱਥਣੀ ਪਿੱਟਦੀ ਆ, ਫਿਰ ਪਿੱਛੇ ਪਿੱਛੇ ਉਹ ਪਰਿਵਾਰ ਦੇ ਮੈਂਬਰ ਉੱਚੀ ਉੱਚੀ ਰੋਂਦੇ ਉਹਦੀ ਹਾਂ ਦੇ ਵਿੱਚ ਹਾਂ ਮਿਲਾ ਕੇ ਪਿੱਟਦੇ ਆ। ਇਹ ਪਹਿਲਾਂ ਅਕਸਰ ਪੁਰਾਣੇ ਰਿਵਾਜ ਹੁੰਦੇ ਸੀ, ਜਦੋਂ ਪਿੰਡਾਂ ਦੇ ਵਿੱਚ ਕੋਈ ਸਰੀਰ ਸ਼ਾਂਤ ਹੁੰਦਾ, ਕਿਸੇ ਦੀ ਮੌਤ ਹੁੰਦੀ, ਨੈਣ ਆ ਕੇ ਪਹਿਲਾਂ ਪਿੱਟਦੀ ਤੇ ਬਾਕੀ ਲੋਕ ਉਹਦੇ ਪਿੱਛੇ ਪਿੱਛੇ ਉਹਦਾ ਸਾਥ ਦਿੰਦੇ। ਸੋ ਇਸ ਤਰੀਕੇ ਦੇ ਨਾਲ ਕਹਿੰਦੇ ਉਹ ਜਿਹੜੀ ਪਿੱਟਣ ਵਾਲੀ ਨੈਣ ਹੈ ਉਹ ਇਹਨਾਂ ਨੂੰ ਤਲੀਮ ਦੇ ਰਹੀ ਹੈ, ਕੰਜਰ ਰੂਪੀ ਸ਼ੋਕ ਨੂੰ ਤੁਰਕਾਂ ਦੇ ਘਰ ਦੇ ਵਿੱਚ ਨੱਚਣ ਦੀ ਸਿੱਖਿਆ ਦੇ ਰਹੀ ਹੈ। ਹੈ ਓਹ ਗਾਇਬੋ ਮਾਚਤ, ਹੈ ਕਰਕੇ ਜੋ ਰੋਂਦੇ ਹਨ, ਉਹ ਕਰਕੇ ਜੋ ਰੋਂਦੇ ਹਨ ਮ੍ਰਿਤਕ ਨੂੰ, ਵੈਣ ਜਿਹੜੇ ਹਨ ਪਾ ਪਾ ਕੇ ਰੋਂਦੇ ਐ। ਸਮਝ ਲਓ ਕਹਿੰਦੇ ਇਹ ਜਿਵੇਂ ਗਾਉਣਾ ਹੋਵੇ ਕੰਜਰ ਦੇ ਨੱਚਣ ਦੇ ਲਈ। ਸਿਰ ਮੁਖ ਕੋ ਪੀਟਤ ਇੱਕ ਬਾਰੀ, ਇਉਂ ਦੁੱਖ ਰੂਪੀ ਕੰਜਰ ਨੇ ਸਭ ਨੂੰ ਘੇਰਿਆ ਹੋਇਆ ਹੈ। ਜਿਹੜੀਆਂ ਤੁਰਕਾਨੀਆਂ ਹਨ ਇੱਕੇ ਵਾਰ, ਕੋਈ ਸਿਰ ਨੂੰ ਪਿੱਟ ਰਹੀ ਹੈ, ਕੋਈ ਆਪਣੇ ਮੂੰਹ ਨੂੰ ਪਿੱਟ ਰਹੀ ਹੈ। ਉਠ ਹੈ ਤਾਲ ਜਨ ਮਿਲੀ ਮਿਲ ਭਾਰੀ, ਔਰ ਇਸ ਤਰੀਕੇ ਦੇ ਨਾਲ ਆਵਾਜ਼ ਆਉਂਦੀ ਉਹਨਾਂ ਦੇ ਪਿੱਟਣ ਦੀ, ਜਿਵੇਂ ਮੰਨ ਲਓ ਕਹਿੰਦੇ ਮਿਲ ਮਿਲ ਕੇ ਭਾਰੀ ਤਾਲ ਕਿਸੇ ਵਾਦੇ ਜੰਤਰ ਦੇ ਵੱਜਣ ਦੀ ਆਵਾਜ਼ ਉੱਠਦੀ ਹੋਵੇ। ਇਸ ਵਿਦ ਕੀ ਗਤ ਲਹਿ ਤੁਰਕਾਨਾ, ਇਸ ਤਰੀਕੇ ਦੀ ਹਾਲਾਤ ਹੋਈ ਇਧਰ ਇਹਨਾਂ ਤੁਰਕਾਂ ਦੇ ਵਿੱਚ। ਪਰ ਹੈ ਸਿਆਣੇ ਭਾ ਬਹੁਹਾਨਾ, ਜਿਹੜੇ ਸਿਆਣੇ ਮਨੁੱਖ ਸਨ ਉਹ ਆਪਸਰੀ ਵਿੱਚ ਮਿਲ ਕੇ ਗੱਲਾਂ ਕਰਦੇ ਆ ਵੀ ਤੁਰਕਾਂ ਦਾ ਬਹੁਤ ਭਾਰੀ ਵਿਨਾਸ਼ ਹੋਇਆ ਹੈ। ਚਾਰ ਜੰਗ ਮੈਂ ਦਿਓ ਖਪਾਏ, ਚਾਰ ਜੰਗ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਨਾਲ ਲੜੇ ਤੁਰਕਾਂ ਨੇ, ਜਿਸ ਦੇ ਵਿੱਚ ਭਾਰੀ ਲਸ਼ਕਰ ਤੁਰਕਾਂ ਦਾ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਮਾਰ ਕੇ ਖਪਾ ਦਿੱਤਾ, ਮਿਟਾ ਦਿੱਤਾ। ਸੈਯਦ ਮੁਗਲ ਖਾਨ ਸਮੁਦਾਈ, ਇਹਨਾਂ ਜੰਗਾਂ ਦੇ ਵਿੱਚ ਹਿੱਸਾ ਲੈਣ ਵਾਲੇ ਸੈਯਦ ਜਾਤੀ ਦੇ, ਮੁਗਲ ਜਾਤੀ ਦੇ, ਖਾਨ ਜਾਤੀ ਦੇ ਜਿਹੜੇ ਸਮੁਦਾਇ ਸਾਰੇ, ਭਾਵ ਮੁਸਲਮਾਨਾਂ ਦੇ ਵਿੱਚ ਜਿੰਨੀਆਂ ਜਾਤਾਂ ਪ੍ਰਧਾਨ ਹੈ ਸਭ ਜਾਤੀਆਂ ਦੇ ਸੂਰਮੇ ਮਾਰੇ ਗਏ। ਅਬ ਭੀ ਪਠ ਹੈ ਸ਼ਾਹ ਜੇ ਲਸ਼ਕਰ, ਸਿਆਣੇ ਆਪਸਰੀ ਵਿੱਚ ਮਿਲ ਕੇ ਕਹਿੰਦੇ ਜੇ ਹੁਣ ਵੀ ਬਾਦਸ਼ਾਹ ਨੇ ਲਸ਼ਕਰ ਭਾਵ ਫੌਜ ਨੂੰ ਭੇਜਿਆ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ, ਸਰਬ ਨਿਬੇਰਹ ਰਨ ਕੋ ਕਰ ਕਰ, ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੁਣ ਆਈ ਹੋਈ ਫੌਜ ਨੂੰ ਵੀ ਸਾਰੀ ਨੂੰ ਮਿਟਾ ਦੇਣਗੇ, ਵਿਨਾਸ਼ ਕਰ ਦੇਣਗੇ ਜੰਗ ਲੜ ਕਰਕੇ। ਨਹੀਂ ਚਾਕਰੀ ਜੋ ਅਬ ਕਰ ਹੈ, ਹੁਣ ਜਿਹੜਾ ਦਿੱਲੀ ਦੇ ਦਰਬਾਰ ਦੀ ਚਾਕਰੀ ਨਹੀਂ ਕਰੇਗਾ, ਨੌਕਰੀ ਨਹੀਂ ਕਰੇਗਾ, ਬਾਦਸ਼ਾਹ ਸ਼ਾਹਜਹਾਨ ਦੇ ਪਾਸ ਜਿਹੜਾ ਜਾ ਕਰਕੇ ਸੈਨਿਕ ਨਹੀਂ ਭਰਤੀ ਹੋਏਗਾ, ਪ੍ਰਾਨ ਸਹਿਤ ਸੋ ਤੁਰਕ ਉਬਰ ਹੈ, ਉਹੀ ਤੁਰਕ ਹੈ ਜਿਹੜਾ ਆਪਣੇ ਸਵਾਸਾਂ ਦੇ ਸਮੇਤ ਬਚ ਸਕੇਗਾ, ਉੱਭਰ ਸਕੇਗਾ, ਜਿਸ ਦਾ ਬਚਾਅ ਹੋ ਸਕੇਗਾ। ਨਾਹਿ ਤਾ ਦੈ ਹੈ ਗੁਰੂ ਖਪਾਏ, ਨਹੀਂ ਤੇ ਗਰੀਬ ਨਵਾਜ ਗੁਰੂ ਸਾਹਿਬ ਜੀ ਸਾਰੇ ਤੁਰਕਾਂ ਨੂੰ ਜਿਹੜੇ ਜੰਗ ਵਿੱਚ ਆਉਣਗੇ ਭਰਤੀ ਹੋ ਕੇ
ਸਭ ਨੂੰ ਵਿਨਾਸ਼ ਕਰ ਦੇਣਗੇ, ਮਾਰ ਦੇਣਗੇ। ਸ਼ਾਹ ਕ੍ਰੋਧ ਕਰ ਤਹਾਂ ਪਠਾਏ। ਬਾਦਸ਼ਾਹ ਜਿਨ੍ਹਾਂ ਨੂੰ ਵੀ ਗੁੱਸਾ ਕਰਕੇ ਗਰੀਬ ਨਵਾਜ ਗੁਰੂ ਸਾਹਿਬ ਦੇ ਸਾਹਮਣੇ ਭੇਜਣਗੇ, ਕੋਈ ਬਚ ਨਹੀਂ ਸਕੇਗਾ। ਇਸ ਤੇ ਆਦ ਅਨੇਕ ਵਿਦ ਬਾਤੀ। ਇਸ ਤਰੀਕੇ ਤੋਂ ਹੋਰ ਵੀ ਅਨੇਕਾਂ ਤਰੀਕਾਂ ਦੀਆਂ ਜਿਹੜੀਆਂ ਗੱਲਾਂ ਹਨ, ਕਰਹਿ ਤੁਰਕ ਮਿਲ ਸੰਕਟ ਛਾਤੀ। ਮਿਲ ਕਰਕੇ ਇਹ ਸਾਰੇ ਤੁਰਕ ਜਿਹੜੇ ਹੈ ਆਪਸਰੀ ਦੇ ਵਿੱਚ ਕਰਦੇ ਆ, ਜਿਨ੍ਹਾਂ ਦੀ ਛਾਤੀ ਤੇ ਇਹ ਭਾਰੀ ਸੰਕਟ ਮੰਡਰਾ ਰਿਹਾ ਹੈ, ਦੁੱਖ ਜਿਨ੍ਹਾਂ ਦੀ ਛਾਤੀ ਤੇ ਬੈਠਾ ਹੋਇਆ ਹੈ। ਸਤਿਗੁਰ ਕਾਲੇ ਖਾਂ ਜਬ ਹਯੋ। ਇਧਰ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਵਕਤ ਕਾਲੇ ਖਾਨ ਨੂੰ ਰਣ ਭੂਮੀ ਦੇ ਵਿੱਚ ਜੰਗ ਦੇ ਵਿੱਚ ਮਾਰਿਆ, ਇਸ ਦਾ ਵਿਨਾਸ਼ ਕੀਤਾ। ਚਤੁਰ ਘਟੀ ਦਿਨ ਤਬ ਰਹਿ ਗਇਓ। ਉਸ ਸਮੇਂ ਤੱਕ ਕਹਿੰਦੇ ਕੇਵਲ ਤੇ ਕੇਵਲ 4 ਘੜੀਆਂ ਦਿਨ ਬਾਕੀ ਬਚ ਗਿਆ ਸੀ। ਬਾਕੀ ਸਾਰੇ ਦਾ ਸਾਰਾ ਦਿਨ ਹੈ ਜਿਹੜਾ ਕੇਵਲ ਤਕਰੀਬਨ ਉਹ ਬਤੀਤ ਹੋ ਚੁੱਕਿਆ ਹੈ। ਚਾਹੋਂ ਦਿਸ਼ਪੁਰ ਕੇ ਦਾਰੁਨ ਥਾਨ। ਔਰ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਤੇੜੇ ਦਾ ਸਾਰਾ ਜਿਹੜਾ ਥਾਂ ਹੈ ਬੜਾ ਭਿਆਨਕ ਨਜ਼ਰ ਆ ਰਿਹਾ ਹੈ ਜੀ। ਧੁੱਕ ਧੁੱਕ ਉੱਠਵੇ ਲਗੇ ਮਸਾਨ। ਧੁੱਕ ਧੁੱਕ ਕਰਕੇ ਉਛਲ ਕਰਕੇ ਜਿਹੜੇ ਮਸਾਨ ਹਨ ਉਹ ਉੱਠ ਰਹੇ ਹਨ। ਇਹ ਉੱਠਣ ਤੋਂ ਭਾਵ ਹੈ ਜਿਵੇਂ ਜਿਸ ਸਮੇਂ ਰਣ ਭੂਮੀ ਦੇ ਵਿੱਚ ਸੈਨਿਕ ਸ਼ਸਤਰਾਂ ਦੇ ਮਾਰ ਖਾ ਕੇ ਮਰਦੇ ਆ। ਕਈ ਵਾਰੀ ਮਰਨ ਤੋਂ, ਪ੍ਰਾਣ ਨਿਕਲਣ ਤੋਂ ਪਹਿਲਾਂ ਜ਼ਿਆਦਾ ਗਹਿਰਾ ਜ਼ਖਮ ਹੋਣ ਕਰਕੇ ਬੇਹੋਸ਼ੀ ਨੂੰ ਪ੍ਰਾਪਤ ਹੁੰਦੇ ਆ। ਔਰ ਮਰਨ ਤੋਂ ਪਹਿਲਾਂ ਜਦੋਂ ਯਕਦਮ ਉਹਨਾਂ ਨੂੰ ਹੋਸ਼ ਆਉਂਦੀ ਹੈ, ਕੁਛ ਸਵਾਸ ਜਿਹੜੇ ਸਰੀਰ ਵਿੱਚ ਬਚੇ ਹੋਏ ਹੁੰਦੇ ਹਨ, ਉਹ ਸਵਾਸ ਜਦੋਂ ਨਿਕਲਣ ਲੱਗਦੇ ਆ ਫਿਰ ਸਰੀਰ ਕੁਝ ਹਰਕਤ ਕਰਦਾ ਹੈ, ਉਛਲਦਾ ਹੈ, ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸਵਾਸਾਂ ਦੇ ਨਿਕਲਣ ਦਾ ਜੋ ਤਰੀਕਾ ਹੈ ਉਹ ਸਰੀਰ ਦੇ ਉੱਪਰ ਜਿਸ ਸਮੇਂ ਸਮਾਂ ਬਤੀਤ ਹੁੰਦਾ ਹੈ, ਕੁਝ ਲੋਕ ਸੋਚ ਲੈਂਦੇ ਆ ਵੀ ਸ਼ਾਇਦ ਇਹ ਮੁਰਦਾ ਉਛਲ ਰਿਹਾ ਹੈ। ਜਾਂ ਕਿਹਾ ਜਾਂਦਾ ਜਿਹੜੇ ਬੈਤਾਲ ਜਾਤੀ ਦੇ ਭੂਤ ਪ੍ਰੇਤਾਂ ਦੀ ਇੱਕ ਪ੍ਰਜਾਤੀ ਹੈ ਬੈਤਾਲ, ਉਹ ਵੀ ਮੁਰਦਿਆਂ ਦੇ ਸਰੀਰ ਨੂੰ ਉਛਾਲਦੀ ਹੈ ਸ਼ਮਸ਼ਾਨ ਭੂਮੀ ਦੇ ਵਿੱਚ। ਇਹ ਕਿਹਾ ਜਾਂਦਾ ਪੁਰਾਣੀਆਂ ਗੱਲਾਂ ਪ੍ਰਚਲਿਤ ਸੀ, ਜਾਂ ਉਸ ਤਰੀਕੇ ਦੇ ਨਾਲ ਲਾ ਲਓ। ਇਸ ਤਰੀਕੇ ਦੀ ਹਾਲਾਤ ਉਸ ਰਣ ਭੂਮੀ ਦੇ ਵਿੱਚ ਉਸ ਸਮੇਂ ਬਤੀਤ ਹੋ ਰਹੀ ਹੈ। ਇਹ ਮ੍ਰਿਤਕ ਸਰੀਰਾਂ ਦੀ ਤਸਵੀਰ ਖਿੱਚਣ ਦੇ ਵਾਸਤੇ ਕਵਿਰਾਜ ਕਵੀ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰ ਰਹੇ ਹਨ ਜੀ। ਜੰਬੁਕ ਬੋਲਤ ਤਰਾਸ ਉਪਾਵੈ। ਬਹੁਤ ਸਾਰੇ ਗਿੱਦੜ ਜਿਹੜੇ ਰਲੇ ਹੋਏ ਆ ਰਣ ਭੂਮੀ ਦੇ ਵਿੱਚ ਬੋਲਦੇ ਆ, ਉੱਚੀ ਉੱਚੀ ਆਪਣੀ ਧੁਨੀ ਪੈਦਾ ਕਰਦੇ ਆਵਾਜ਼, ਜਿਸ ਦਾ ਕਰਕੇ ਭਾਰੀ ਡਰ ਪੈਦਾ ਹੁੰਦਾ ਹੈ ਹਿਰਦੇ ਵਿੱਚ। ਮਾਸ ਖਾਏ ਖਗ ਬ੍ਰਿੰਦ ਭਰਮਾਵੈ। ਖਾ ਕੇ ਮ੍ਰਿਤਕ ਸੂਰਮਿਆਂ ਦੇ ਮਾਸ ਦੇ ਤਾਈਂ ਬਹੁਤ ਸਾਰੇ ਪੰਛੀਆਂ ਦੇ ਝੁੰਡ ਅਸਮਾਨ ਦੇ ਵਿੱਚ ਉਡਾਰੀਆਂ ਮਾਰ ਰਹੇ ਹਨ, ਘੁੰਮਦੇ ਹਨ, ਭਰਮਦੇ ਹਨ। ਕੁਛਕ ਊਨ ਲੱਛ ਤੁਰਕ ਸੰਘਾਰੇ। ਕਿਉਂਕਿ ਕੁਛ ਕੀ ਊਣੇ ਸਨ, ਘੱਟ ਸਨ, ਤਕਰੀਬਨ 1 ਲੱਖ ਦੇ ਕਰੀਬ ਫੌਜ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੇ ਸਿੱਖ ਸੂਰਮਿਆਂ ਨੇ ਮਾਰ ਦਿੱਤੀ ਹੈ। ਗੁਰ ਕੇ ਵੀਰ ਸਾਤ ਸਹਿ ਮਾਰੇ। ਔਰ ਇਸ ਜੰਗ ਦੇ ਵਿੱਚ 700 ਦੇ ਲਾਗੇ ਬੰਨੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਸੂਰਮੇ ਸ਼ਹੀਦ ਹੋਏ। ਪੁਨ ਸਤਿਗੁਰ ਕੀਨਸ ਬਿਸਰਾਮ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਸਮਾਂ ਵਿਸ਼ਰਾਮ ਕੀਤਾ ਹੈ ਇਸ ਜੰਗ ਨੂੰ ਜਿੱਤਣ ਤੋਂ ਬਾਅਦ। ਜਈਅਤ ਸੁਬਟ ਸਭ ਲਹਿਓ ਆਰਾਮ। ਔਰ ਜਿੰਨੇ ਵੀ ਜੀਅਤ ਸੁਬਟ ਜਿਉਂਦੇ ਸੂਰਮੇ ਸਨ, ਉਹਨਾਂ ਵੀ ਸਾਰਿਆਂ ਨੇ ਆਰਾਮ ਕੀਤਾ, ਆਪਣੀ ਥਕਾਨ ਦੂਰ ਕੀਤੀ। ਕਮਰ ਕੱਸਾ ਤਿਮ ਹੀ ਸਵਧਾਨਾ। ਪਰ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਨੇ ਕਮਰ ਕੱਸਾ ਨਹੀਂ ਖੋਲ੍ਹਿਆ ਆਪਣਾ। ਕਮਰ ਕੱਸਾ ਉਸੇ ਤਰੀਕੇ ਦੇ ਨਾਲ ਸਾਵਧਾਨ ਹੈ। ਇਹ ਸੂਰਮਿਆਂ ਦੀ ਨਿਸ਼ਾਨੀ ਹੁੰਦੀ ਹੈ। ਪੁਰਾਣੇ ਸਮੇਂ 'ਚ ਤਿਆਰ ਹੋਣ ਦੀ ਨਿਸ਼ਾਨੀ ਹੁੰਦੀ ਸੀ ਕਮਰ ਕੱਸਾ ਕਰਨਾ। ਮੋਢੇ 'ਤੇ ਹਮੇਸ਼ਾ ਇੱਕ ਪਰਨਾ ਰੱਖਣਾ, ਔਰ ਜਿਸ ਸਮੇਂ ਕੋਈ ਵੀ ਕੰਮ ਕਰਨ ਲੱਗਣਾ ਉਸ ਪਰਨੇ ਨੂੰ ਆਪਣੇ ਲੱਕ ਦੇ ਉਦਾਲੇ ਵਲੇਟ ਲੈਣਾ, ਤੇ ਇਹ ਤਿਆਰੀ ਦੀ ਨਿਸ਼ਾਨੀ ਹੋ ਜਾਂਦੀ ਸੀ, ਕਮਰ ਕੱਸ ਲੈਣੀ। ਸੋ ਇਸ ਤਰੀਕੇ ਦੇ ਨਾਲ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ
ਇਹ ਆਪਣਾ ਕਮਰ ਕੱਸਾ ਹੈ ਜੋ ਅਜੇ ਖੋਲਿਆ ਨਹੀਂ, ਉਸੇ ਤਰੀਕੇ ਦੇ ਨਾਲ ਕੀਤਾ ਹੋਇਆ ਹੈ ਔਰ ਕਮਰ ਕੱਸਾ ਕੀਤਿਆਂ ਕੀਤਿਆਂ ਹੀ ਵਿਸ਼ਰਾਮ ਫਰਮਾ ਰਹੇ ਹਨ ਜੀ। ਸ਼ਰਮਤ ਜੇ ਪਾਂਚ ਜਾਮ ਰਣ ਠਾਨਾ। ਜਿਹੜੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ 5 ਪਹਿਰ ਜੰਗ ਲੜੀ ਹੈ, 15 ਘੰਟੇ ਬਣ ਜਾਂਦੇ ਹੈ ਔਰ ਇੰਨਾ ਲੰਮਾ ਸਮਾਂ ਜੰਗ ਲੜਨ ਤੋਂ ਬਾਅਦ ਵੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਥਕੇਵੇਂ ਦੇ ਸਹਿਤ ਹੈ ਬੇਸ਼ੱਕ, ਫਿਰ ਵੀ ਕਮਰ ਕੱਸੇ ਦੇ ਵਿੱਚ ਹੀ ਆ, ਕਮਰ ਕੱਸਾ ਖੋਲਿਆ ਨਹੀਂ। ਦੋਹਰਾ ਚਾਹੁੰਦਿਸ਼ ਪੁਰ ਕਰਤਾਰ ਕੇ ਜੋਧਾ ਬ੍ਰਿੰਦ ਤੁਰੰਗ। ਇਧਰ ਕਰਤਾਰਪੁਰ ਸਾਹਿਬ ਦੇ ਨਗਰ ਦੇ 4 ਸ਼ਫੇਰੇ, ਬਹੁਤ ਸਾਰੇ ਸੂਰਮੇ ਤੇ ਬਹੁਤ ਸਾਰੇ ਜਿਹੜੇ ਘੋੜੇ ਹਨ। ਪਰੇ ਹਜ਼ਾਰੋ ਮ੍ਰਿਤਕ ਭੇ ਭੀਮ ਥਾਨ ਤਿਨ ਸੰਗ। ਮਰ ਕਰਕੇ ਧਰਤੀ ਦੇ ਉੱਪਰ ਡਿੱਗੇ ਹੋਏ ਆ 4 ਸ਼ਫੇਰੇ, ਅੰਬਾਰ ਲੱਗੇ ਹੋਏ ਆ, ਢੇਰ ਲੱਗੇ ਹੋਏ ਆ, ਜਿਸ ਦਾ ਕਰਕੇ ਕਰਤਾਰਪੁਰ ਸਾਹਿਬ ਨਗਰ ਜੋ ਹੈ 4 ਸ਼ਫੇਰਿਓਂ ਬੜਾ ਭਿਆਨਕ, ਬਹੁਤ ਡਰਾਵਣਾ ਨਜ਼ਰ ਆ ਰਿਹਾ ਹੈ ਜੀ। ਚੌਪਈ ਵਿਧੀ ਚੰਦ ਸੋ ਸ੍ਰੀ ਮੁਖ ਕਹਿਓ। ਉਸ ਸਮੇਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਤਾਈਂ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਬਚਨ ਕੀਤੇ। ਲਖੂ ਆਦ ਪ੍ਰਲੋਕ ਜੇ ਲਹਿਓ। ਕਿ ਭਾਈ ਲੱਖੂ ਇਤਿਆਦਿਕ ਜਿਹੜੇ ਸਿੱਖ ਸੂਰਮਿਆਂ ਨੇ ਪ੍ਰਲੋਕ ਦੀ ਗਤੀ ਪ੍ਰਾਪਤ ਕੀਤੀ ਹੈ, ਜੰਗ ਵਿੱਚ ਸ਼ਹਾਦਤ ਦੇ ਗਏ ਹਨ। ਪਠੋ ਦਾਸ ਤਿਨ ਲੋਥਨ ਲੇ। ਕੱਲੋ ਸਿੱਖ ਸੇਵਕਾਂ ਦੇ ਤਾਈਂ ਜਾ ਕਰਕੇ ਜੰਗ ਦੇ ਵਿੱਚੋਂ ਪਛਾਣ ਕਰਕੇ ਉਹਨਾਂ ਦੀਆਂ ਲੋਥਾਂ ਚੁਣ ਕਰਕੇ ਲੈ ਆਵਣ। ਰਚਹਿ ਚਿਤਾ ਸਭ ਦਾਹ ਕਰੇ। ਔਰ ਉਹ ਸਾਰੇ ਸੂਰਮਿਆਂ ਦੇ ਸ਼ਾਂਤ ਹੋਏ ਸਰੀਰਾਂ ਨੂੰ ਚਿਖਾ ਦੇ ਉੱਪਰ ਰੱਖ ਕਰਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇ। ਸੁਨ ਆਗਿਆ ਬਹੁ ਦਾਸ ਪਠਾਏ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣ ਕੇ, ਆਗਿਆ ਸੁਣ ਕੇ ਬਾਬਾ ਵਿਧੀ ਚੰਦ ਸਾਹਿਬ ਨੇ ਬਹੁਤ ਸਾਰੇ ਸਿੱਖ ਸੇਵਕ ਭੇਜੇ। ਅਮੀ ਚੰਦ ਮਿਹਰਾਦਿਕ ਲਿਆਏ। ਜਿਹੜੇ ਲੱਭ ਲੱਭ ਕਰਕੇ ਸਿੱਖ ਸੂਰਮਿਆਂ ਦੀਆਂ ਲਾਸ਼ਾਂ, ਸ਼ਾਂਤ ਹੋਏ ਸਰੀਰ, ਭਾਈ ਲੱਖੂ, ਭਾਈ ਅਮੀਆਂ ਚੰਦ, ਭਾਈ ਮਿਹਰਾ ਚੰਦ ਇਤਿਆਦਿਕ ਹੋਰ ਵੀ ਜਿਹੜੇ ਸਿੱਖ ਸਨ, ਸਭ ਦੇ ਸ਼ਾਂਤ ਸਰੀਰਾਂ ਨੂੰ ਇਕੱਤਰ ਕੀਤਾ। ਕਾਸ਼ਟ ਸੰਚ ਦਾਹ ਸਭ ਕਰੇ। ਔਰ ਇਕੱਤਰ ਕਰਕੇ ਲੱਕੜਾਂ ਚਿਖਾ ਬਣਾ ਕਰਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਹੈ। ਲਿਆਏ ਉਠਾਏ ਜੇ ਘਾਇਲ ਪਰੇ। ਜਿਹੜੇ ਸਿੱਖ ਰਣ ਭੂਮੀ ਦੇ ਵਿੱਚ ਜ਼ਖਮੀ ਪਏ ਹੋਏ ਸੀ ਸੂਰਮੇ, ਉਹਨਾਂ ਨੂੰ ਵੀ ਚੁੱਕ ਕਰਕੇ ਲਿਆਂਦਾ ਗਿਆ ਹੈ। ਇਤਨੇ ਬਿਖੈ ਨਿਸਾ ਹੋਏ ਆਈ। ਇਹ ਇੰਨਾ ਸਾਰਾ ਕਾਰਜ ਕਰਦਿਆਂ ਕਰਦਿਆਂ ਰਾਤ ਦਾ ਸਮਾਂ ਹੋ ਆਇਆ ਹੈ, ਦਿਨ ਛੁਪ ਗਿਆ ਹੈ ਜੀ। ਸਿਆਲ ਪੁਕਾਰ ਕੀਨ ਚਾਹੁ ਘਾਈ। ਔਰ ਜਿਸ ਸਮੇਂ ਦਿਨ ਛੁਪਿਆ ਹੈ, ਰਾਤ ਦੀ ਆਰੰਭਤਾ ਦੇ ਮੌਕੇ ਹੀ ਮਨੇਰੇ ਦਾ ਸਮਾਂ ਸੀ, ਉਸ ਸਮੇਂ ਜਿਹੜੇ ਗਿੱਦੜ ਆ ਰੱਜੇ ਹੋਏ, ਇਹਨਾਂ ਨੇ 4 ਸ਼ਫੇਰੇ ਕੁੱਕਣਾ ਆਰੰਭ ਕਰ ਦਿੱਤਾ। ਕੂਕਰ ਬੋਲਤ ਭਖਿਅਤ ਮਾਸ। ਔਰ ਮਾਸ ਨੂੰ ਖਾ ਖਾ ਕਰਕੇ ਮ੍ਰਿਤਕ ਸੂਰਮਿਆਂ ਦੇ ਸਰੀਰ ਨੋਚ ਨੋਚ ਕੇ ਕੁੱਤੇ ਆ ਜਿਹੜੇ ਉੱਥੇ, ਉਹ ਵੀ ਉੱਚੀ ਉੱਚੀ ਆਵਾਜ਼ ਦੇ ਵਿੱਚ ਭੌਂਕਦੇ ਆ, ਬੋਲਦੇ ਆ। ਘਾਇਲ ਤੁਰਕ ਕਰਾਹਤ ਰਾਸ। ਬਹੁਤ ਸਾਰੇ ਜਿਹੜੇ ਜ਼ਖਮੀ ਪਏ ਹੋਏ ਆ ਤੁਰਕ ਸੈਨਿਕ, ਜਿਹੜੇ ਮਰੇ ਨਹੀਂ, ਮਰਨੋਂ ਬਚ ਗਏ, ਸਰੀਰ ਦੇ ਉੱਪਰ ਗਹਿਰੇ ਜ਼ਖਮ ਹੈ ਜਿਨ੍ਹਾਂ ਦੇ, ਉਹ ਵੀ ਉੱਚੀ ਉੱਚੀ ਆਵਾਜ਼ ਦੇ ਵਿੱਚ ਪੁਕਾਰਾਂ ਕਰਦੇ ਆ, ਕੂਕਾਂ ਮਾਰਦੇ ਆ, ਦਰਦ ਦੇ ਨਾਲ ਪਏ ਹੋਏ ਤੜਫਦੇ ਹਨ। ਪੁਰ ਮਹਿ ਜਹ ਕਹਿ ਨਰ ਮਿਲ ਬੈਸੇ। ਨਗਰ ਦੇ ਵਿੱਚ ਜਿੱਥੇ ਕਿੱਥੇ ਬਹੁਤ ਸਾਰੀ ਸੰਗਤ ਇਕੱਤਰ ਹੋ ਕੇ ਆਪਸਰੀ ਦੇ ਵਿੱਚ ਮਿਲ ਕੇ ਮਨੁੱਖ ਬੈਠੇ ਹੋਏ ਹਨ ਜੀ। ਬਿਤੀ ਜਥਾ ਬਾਤਨ ਕਰ ਤੈਸੇ। ਜਿਸ ਤਰੀਕੇ ਦੇ ਨਾਲ ਇਹ ਬਤੀਤ ਹੋਈ ਸਾਰੀ ਜੰਗ ਦੀ ਘਟਨਾ, ਉਸੇ ਤਰੀਕੇ ਦੇ ਨਾਲ ਇਹ ਸਭ ਨਗਰਾਂ ਦੇ ਵਿੱਚ ਨੇੜੇ ਤੇੜੇ ਦੇ ਜਿਹੜੇ ਮਨੁੱਖ ਇਕੱਤਰ ਹੋ ਕੇ ਬੈਠੇ ਇਹ ਗੱਲਾਂ ਕਰਦੇ ਹਨ ਜੀ। ਅਸ ਸੰਕਰਨ ਹੈ ਭਇਓ ਕਦਾਈ। ਕਹਿਣ ਲੱਗੇ ਐਸਾ ਜੰਗ ਪਹਿਲਾਂ ਕਦੇ ਨਹੀਂ ਹੋਇਆ ਔਰ ਨਾ ਹੀ ਵੇਖਿਆ ਗਿਆ ਹੈ। ਪੰਜ ਪਹਿਰ ਮਹਿ ਦਲ ਸਮੁਦਾਈ। ਕਿ 5 ਪਹਿਰਾਂ ਦੇ ਵਿੱਚ ਤੁਰਕਾਂ ਦਾ ਆਇਆ ਹੋਇਆ ਸਾਰਾ ਦਲ, ਸਾਰੇ ਸੈਨਿਕ ਦੋਨੋਂ ਦਿਸ਼ ਤੇ ਲਰ ਲਰ ਮਰੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿੱਚ ਸਿੱਖਾਂ ਦੇ ਪਾਸੋਂ ਆਪਸਰੀ ਦੇ ਵਿੱਚ ਆਮਣੋ ਸਾਹਮਣੇ ਲੜ ਕੇ ਮਰ ਗਏ। ਸਤਿਗੁਰ ਬਿਨਾ ਕੌਣ ਅਸ ਕਰੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾ ਕੌਣ ਹੈ ਐਸਾ ਸਮਰੱਥ
ਜਿਹੜਾ ਐਡੀ ਭਾਰੀ ਫੌਜ ਨੂੰ ਇਸ ਤਰੀਕੇ ਦੇ ਨਾਲ 5 ਪੈਰਾਂ ਦੇ ਵਿੱਚ ਖਪਾ ਦੇਵੇ, ਮਾਰ ਦੇਵੇ। ਕਈ ਮਾਸ ਲਓ ਮਾਸ ਰਹੇ ਹੈ। ਕਹਿੰਦੇ ਹੁਣ ਕਈ ਮਹੀਨਿਆਂ ਤੱਕ ਜਿਹੜਾ ਮਾਸ ਹੈ ਉਹ ਇੱਥੇ ਹੀ ਪਿਆ ਰਹੇਗਾ ਕਰਤਾਰਪੁਰ ਸਾਹਿਬ ਦੇ ਨੇੜੇ ਤੇੜੇ ਰਣ ਭੂਮੀ ਦੇ ਵਿੱਚ। ਅਸਥੀ ਬ੍ਰਿੰਦ ਪਰੇ ਦ੍ਰਿਸ਼ਟਾ ਹੈ। ਅਸਥੀ ਹੱਡ ਜਿਹੜੇ ਬਹੁਤ 4 ਚੁਫੇਰੇ ਖਿਲਰੇ ਹੋਏ ਇਉਂ ਹੀ ਨਜ਼ਰ ਆਉਣਗੇ ਲੰਮਾ ਸਮਾਂ। ਮਨ ਸਤਿਗੁਰ ਕੈ ਭਈ ਗਿਲਾਨ। ਇਉਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਜਦੋਂ ਇਸ ਗੱਲ ਦੀ ਵਿਚਾਰ ਕੀਤੀ, ਹਿਰਦੇ ਵਿੱਚ ਗਿਲਾਨੀ ਹੋਈ। ਇਸ ਹਾਲਾਤ ਨੂੰ ਵੇਖ ਕਰਕੇ ਪਰਖ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਮਨ ਉਦਾਸ ਹੋ ਗਿਆ ਕਰਤਾਰਪੁਰ ਨਗਰ ਤੋਂ। ਬਹੁ ਬਦ ਬੋਏ ਪ੍ਰਾਤ ਲਓ ਠਾਨ। ਉਹਦਾ ਕਾਰਨ ਇਹ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਸਵੇਰ ਹੁੰਦਿਆਂ ਇਹਨਾਂ ਮ੍ਰਿਤਕਾਂ ਦੇ ਸਰੀਰ ਦੇ ਖਿਲਰੇ ਹੋਏ ਹੱਡ ਚੰਮ ਦੇ ਵਿੱਚੋਂ, ਮਿੱਝ ਦੇ ਵਿੱਚੋਂ, ਖੂਨ ਦੇ ਵਿੱਚੋਂ ਬਹੁਤ ਭਾਰੀ ਦੁਰਗੰਧੀ ਆਉਣ ਲੱਗ ਜਾਏਗੀ। 4 ਚੁਫੇਰੇ ਬਦਬੂ ਫੈਲ ਜਾਏਗੀ। ਰਹਿਓ ਨਾ ਜਾਏ ਨਗਰ ਕੇ ਮਾਹੀ। ਔਰ ਜੇ ਬਦਬੂ ਇੱਕ ਵਾਰੀ ਆਉਣ ਲੱਗ ਪਈ ਫਿਰ ਇਸ ਨਗਰ ਦੇ ਵਿੱਚ ਵਸਣਾ ਬੜਾ ਮੁਸ਼ਕਲ ਹੋ ਜਾਏਗਾ। ਕੁਛ ਉਪਾਏ ਇਸ ਕੋ ਹੋਏ ਨਾਹੀ। ਔਰ ਇਸ ਗੱਲ ਦਾ ਕੋਈ ਉਪਾਅ ਯਤਨ ਵੀ ਨਹੀਂ ਹੋ ਸਕਦਾ, ਹੀਲਾ ਵੀ ਨਹੀਂ ਹੋ ਸਕਦਾ ਹੈ। ਇੱਕ ਤਾਂ ਇਹੋ ਕਾਰਨ ਮਨ ਜਾਣਾ। ਇੱਕ ਤਾਂ ਇਹ ਕਾਰਨ ਆਪਣੇ ਮਨ ਦੇ ਵਿੱਚ ਸਮਝਿਆ, ਕਿਉਂਕਿ 1 ਲੱਖ ਦੇ ਤਕਰੀਬਨ ਇਹ ਤੁਰਕ ਸੈਨਿਕ ਮਰੇ, ਪਰ ਬਹੁਤ ਸਾਰੇ ਘੋੜੇ ਵੀ ਆ ਜਿਹੜੇ ਇੱਥੇ ਮਰੇ ਹਨ। ਸੋ ਇਹਨਾਂ ਦਾ ਰਾਤੋਂ ਰਾਤ ਕਿਵੇਂ ਹੀਲਾ ਵਸੀਲਾ ਹੋਵੇ ਕੋਈ। ਨਾ ਰਾਤੋਂ ਰਾਤ ਦਫਨਾਏ ਜਾ ਸਕਦੇ ਹੈ ਤੇ ਨਾ ਰਾਤੋਂ ਰਾਤ ਸਾੜੇ ਜਾ ਸਕਦੇ ਹੈ। ਦੂਜੀ ਗੱਲ ਇਹ ਵੀ ਗਰੀਬ ਨਵਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਸਾੜਨਾ ਨਹੀਂ ਸੀ ਚਾਹੁੰਦੇ, ਕਿਉਂਕਿ ਇਸਲਾਮੀ ਸ਼ਰ੍ਹਾ ਦੇ ਮੁਤਾਬਕ ਜਿਹੜਾ ਮਨੁੱਖ ਸਾੜਿਆ ਜਾਂਦਾ ਹੈ ਉਹਨੂੰ ਪਿਸ਼ਤ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨੂੰ ਦੋਜ਼ਖ ਦੇ ਵਿੱਚ ਪੈਣਾ ਪੈਂਦਾ ਹੈ। ਸੋ ਇਸ ਕਰਕੇ ਇਹਨਾਂ ਦੀ ਸ਼ਰ੍ਹਾ ਵੀ ਇਹੀ ਹੈ ਵੀ ਅਗਨ ਭੇਟ ਨਾ ਕੀਤਾ ਜਾਵੇ ਮ੍ਰਿਤਕ ਸਰੀਰ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ, ਰਾਤੋਂ ਰਾਤ ਕਿੰਨੇ ਵੀ ਮਨੁੱਖ ਇਕੱਤਰ ਹੋ ਜਾਣ, ਰਾਤੋਂ ਰਾਤ ਸਾਰਿਆਂ ਨੂੰ ਦਫਨਾਇਆ ਨਹੀਂ ਜਾ ਸਕਦਾ। ਔਰ ਫਿਰ ਜਿਹੜਾ ਧਰਤੀ ਦੇ ਉੱਪਰ 4 ਚੁਫੇਰੇ ਖੂਨ ਇਕੱਤਰ ਹੋ ਗਿਆ ਹੈ, ਇਸ ਖੂਨ ਦਾ ਵੀ ਤੇ ਕੋਈ ਹੱਲ ਨਹੀਂ ਹੈ। ਸੋ ਇਹ ਬਹੁਤ ਲੰਮਾ ਸਮਾਂ ਲੱਗੇਗਾ। ਓਨੇ ਸਮੇਂ ਤੱਕ ਇੱਥੇ ਇਸ ਪਏ ਹੋਏ ਲਾਸ਼ਾਂ ਦੇ ਢੇਰ ਦੇ ਵਿੱਚ ਵਿਕਾਰ ਪੈਦਾ ਹੋ ਜਾਣਗੇ, ਕਿਰਮ ਚੱਲ ਜਾਣਗੇ, ਬਦਬੂ ਫੈਲ ਜਾਏਗੀ। ਇਸ ਕਰਕੇ ਕੋਈ ਬਿਮਾਰੀ ਫੈਲਣ ਦਾ ਖਤਰਾ ਹੈ। ਇੱਕ ਕਾਰਨ ਤੇ ਇਹ ਹੈ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਨਾ ਵਸਣ ਦਾ। ਦੁਤੀਏ ਬੁੱਢਣ ਸ਼ਾਹ ਪਛਾਨਾ। ਦੂਜਾ ਕਾਰਨ ਬਾਬਾ ਬੁੱਢਣ ਸ਼ਾਹ ਜੋ ਆਨੰਦਪੁਰ ਸਾਹਿਬ ਤੋਂ ਨਜ਼ਦੀਕ ਹੀ ਹੈ ਅਸਥਾਨ ਉਹਨਾਂ ਮਹਾਂਪੁਰਸ਼ਾਂ ਦਾ, ਉਹਨਾਂ ਦਾ ਦੂਜਾ ਕਾਰਨ ਜਾਣਿਆ ਹੈ। ਅੰਤ ਸਮਾਂ ਪਹੁੰਚਿਓ ਤਿਸ ਆਈ। ਉਸ ਮਹਾਨ ਰੂਹ ਦਾ ਵੀ ਅੰਤਮ ਸਮਾਂ ਨੇੜੇ ਆ ਗਿਆ ਹੈ। ਦਰਸ਼ਨ ਚਾਹਤ ਬੈਸ ਬਿਤਾਈ। ਉਸਨੇ ਸਾਡੇ 6ਵੇਂ ਸਰੂਪ ਦੇ ਦਰਸ਼ਨ ਕਰਦਿਆਂ ਦਰਸ਼ਨਾਂ ਦੀ ਇੱਛਾ ਦੇ ਵਿੱਚ ਹੀ ਸਾਰੀ ਉਮਰ ਬਤੀਤ ਕਰ ਦਿੱਤੀ ਹੈ। ਤਿਸ ਕੀ ਆਸਾ ਪੂਰਨ ਹੇਤ। ਉਸ ਬਜ਼ੁਰਗ ਮਹਾਂਪੁਰਸ਼ ਦੀ ਆਸ਼ਾ ਨੂੰ ਪੂਰੀ ਕਰਨ ਦੇ ਵਾਸਤੇ ਚੜ੍ਹਨ ਚਾਹਿਓ ਗੁਰ ਕਿਰਪਾ ਨਿਕੇਤ। ਇਸ ਨਗਰ ਦੇ ਵਿੱਚੋਂ ਚਾਲੇ ਪਾਉਣੇ ਚਾਹੇ ਕਿਰਪਾ ਦੇ ਘਰ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ। ਤ੍ਰਿਤੀਏ ਜੇਤਕ ਗ੍ਰਾਮ ਸਮੀਪ। ਔਰ ਤੀਜਾ ਇੱਕ ਹੋਰ ਕਾਰਨ ਸੀ, ਉਹ ਇਹ ਕਿ ਕਰਤਾਰਪੁਰ ਸਾਹਿਬ ਦੇ ਨੇੜੇ ਤੇੜੇ ਦੇ ਜਿੰਨੇ ਨਗਰ ਹੈ ਉਹਦੇ ਹਜ਼ਾਰਾਂ ਥਾਨ ਮਹੀਪ। ਉਹ ਹਜ਼ਾਰਾਂ ਥਾਂ ਸੀ ਨੇੜੇ ਤੇੜੇ ਧਰਤੀ ਦੇ ਉੱਪਰ। ਲਰਤ ਜੰਗ ਮਹਿ ਸੋ ਸਭ ਮਾਰੇ। ਜਿਹੜੇ ਇਹਨਾਂ ਹਜ਼ਾਰਾਂ ਥਾਵਾਂ ਦੇ ਨੇੜੇ ਤੇੜੇ ਦੇ ਆਂਦੇ ਬਹੁਤ ਸਾਰੇ ਜਿਹੜੇ ਤੁਰਕ ਸੈਨਿਕ ਸਨ, ਉਹ ਕਰਤਾਰਪੁਰ ਸਾਹਿਬ ਦੇ ਨੇੜੇ ਤੇੜੇ ਦੇ ਵਸਨੀਕ ਸੀ, ਕਿਉਂਕਿ ਜਲੰਧਰ ਦੇ ਸੂਬੇ ਨੇ ਹਿੱਸਾ ਲਿਆ ਸੀ ਇਸ ਜੰਗ ਦੇ ਵਿੱਚ। ਸੋ ਇਸ ਕਰਕੇ ਜਿਹੜੀ ਜਲੰਧਰ ਦੀ ਫੌਜ ਸੀ ਉਹ ਇੱਥੋਂ ਦੀ ਨੇੜੇ ਤੇੜੇ ਦੀ ਜਲੰਧਰ ਦੀ ਵਸਨੀਕ ਸੀ। ਉਸ ਸਮੇਂ ਬਹੁਤ ਭਾਰੀ ਜਿਹੜੇ ਮੁਸਲਮਾਨਾਂ ਦੀ ਗਿਣਤੀ ਸੀ, ਜਨਸੰਖਿਆ ਸੀ, ਇੱਥੇ ਨੇੜੇ ਤੇੜੇ ਉਦੋਂ ਜਲੰਧਰ ਦੇ ਨਗਰਾਂ ਦੇ ਪਾਸ ਕਰਤਾਰਪੁਰ ਸਾਹਿਬ ਦੇ ਵਸਨੀਕ ਸੀ। ਇੱਕ ਇਹ ਵੀ ਕਾਰਨ ਸਮਝਿਆ। ਸੰਬੰਧੀ ਤਿਨ ਕੇਰ ਪਿਛਾਰੇ। ਉਹਨਾਂ ਦੇ ਮਰਨ ਤੋਂ ਬਾਅਦ ਪਿੱਛੋਂ ਜਿਹੜੇ ਉਹਨਾਂ ਦੇ ਸੰਬੰਧੀ ਹਨ, ਉਹਨਾਂ ਦੇ ਰਿਸ਼ਤੇਦਾਰ ਰਚਹਿ ਦੁਐਸ਼ ਬਲ ਛਲ ਕੇ ਸੰਗ। ਉਹ ਸਾਡੇ ਨਾਲ ਈਰਖਾ ਕਰਨਗੇ,
ਛਲ ਖੇਡਣਗੇ, ਕਪਟ ਖੇਡਣਗੇ, ਕਿਸੇ ਵੀ ਪ੍ਰਕਾਰ ਸਾਡਾ ਕੋਈ ਨਾ ਕੋਈ ਨੁਕਸਾਨ ਕਰਨਾ ਚਾਹਣਗੇ। ਮਰੇ ਬ੍ਰਿੰਦ ਤੇ ਹੋਏ ਮਨ ਭੰਗ, ਕਿਉਂਕਿ ਉਹਨਾਂ ਦੇ ਬੇਅੰਤ ਰਿਸ਼ਤੇਦਾਰ ਜੰਗ ਦੇ ਵਿੱਚ ਮਰਨ ਦਾ ਕਰਕੇ ਉਹਨਾਂ ਦੇ ਮਨ ਉਦਾਸ ਹੈ, ਉਹਨਾਂ ਦੇ ਮਨ ਦੁੱਖ ਦੇ ਸਮੇਤ ਹੈ। ਇਤਿਆਦਿਕ ਕਾਰਨ ਕੁਛ ਔਰ, ਇਤਿਆਦਿਕ ਹੋਰ ਵੀ ਕੁਝ ਕੁ ਕਾਰਨ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪਛਾਣੇ ਹਨ ਜੀ। ਚਿਤਵਤ ਭੇ ਸੋਢੀ ਸਿਰ ਮੋਰ, ਇਹਨਾਂ ਕਾਰਨਾਂ ਦੀ ਵਿਚਾਰ ਕਰਕੇ ਸੋਢੀਆਂ ਦੇ ਸ਼੍ਰੋਮਣੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਿਧੀ ਚੰਦ ਕੋ ਨਿਕਟ ਹਕਾਰਾ, ਉਸ ਸਮੇਂ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਆਪਣੇ ਪਾਸ ਬੁਲਾ ਲਿਆ ਹੈ। ਕਹਿਤ ਭਏ ਹਮ ਕੀਨ ਸਤਿਆਰਾ, ਔਰ ਕਹਿਣ ਲੱਗੇ ਕਿ ਇਹ ਵਿਧੀ ਚੰਦ ਅਸੀਂ ਇੱਥੋਂ ਜਾਣ ਦੀ ਤਿਆਰੀ ਕਰ ਲਈ ਹੈ। ਹੁਣ ਕੀਰਤਪੁਰ ਮਹਿ ਪਹੁੰਚਹਿ ਜਾਈ, ਇਸ ਨਗਰ ਨੂੰ ਛੱਡ ਕਰਕੇ ਹੁਣੇ ਹੀ ਇਸੇ ਸਮੇਂ ਹੀ ਤਿਆਗ ਕਰਕੇ ਆਪਾਂ ਕੀਰਤਪੁਰ ਸਾਹਿਬ ਨਗਰ ਦੇ ਵਿੱਚ ਜਾ ਕੇ ਵਸਣਾ ਹੈ। ਜਾਹੁ ਸਦਨ ਤੂੰ ਬਿਲਮ ਬਿਹਾਈ, ਇਸ ਕਰਕੇ ਤੂੰ ਹੁਣ ਜਾ ਇੱਥੋਂ ਛੇਤੀ ਦੇ ਨਾਲ, ਦੇਰ ਨਾ ਲਾ ਬਹੁਤੀ, ਛੇਤੀ ਦੇ ਨਾਲ ਪਹੁੰਚ। ਸਯੰਤਨ ਡੋਰੇ ਤਿਆਰ ਕਰੀਜੈ, ਸਾਡੇ ਘਰ ਦੇ ਵਿੱਚ ਜਾ। ਗੁਰੂ ਕੇ ਮਹਿਲਾਂ ਦੇ ਵਿੱਚ ਪਹੁੰਚਣ ਦੇ ਲਈ ਗਰੀਬ ਨਵਾਜ ਨੇ ਹੁਕਮ ਕੀਤਾ ਔਰ ਕਿਹਾ ਸਾਡੇ ਮਹਿਲਾਂ ਦੇ ਔਰ ਸਾਡੇ ਪਰਿਵਾਰ ਦੇ ਜਿਹੜੇ ਡੋਲੇ ਤੇ ਰੱਥ ਹੈ ਉਹਨਾਂ ਨੂੰ ਤਿਆਰ ਕਰਵਾ ਦੇ, ਜਾ ਕਰਕੇ ਸਾਡੇ ਨਾਲ ਚਾਲੇ ਪਾਉਣ ਦੇ ਲਈ। ਬਹਿਲਨ ਵਸਤ ਸਕਟ ਭਰ ਲੀਜੈ, ਔਰ ਬਲਦ ਗੱਡਿਆਂ ਦੇ ਉੱਪਰ ਜਿਹੜੀਆਂ ਜ਼ਰੂਰਤ ਦੀਆਂ ਵਸਤੂਆਂ ਉਹਨਾਂ ਨੂੰ ਭਰ ਲੈਣਾ, ਘਰ ਦਾ ਸਾਰਾ ਸਮਾਨ ਰੱਖ ਲੈਣਾ। ਕਰਹੁ ਨ ਲਾਲਚ ਪ੍ਰਿਯ ਵਥ ਲੀਜੈ, ਬਹੁਤਾ ਲਾਲਚ ਨਹੀਂ ਕਰਨਾ ਵੀ ਸਾਰੀਆਂ ਹੀ ਘਰ ਦੀਆਂ ਵਸਤੂਆਂ ਲੱਦ ਲਈਏ। ਜਿੰਨੀਆਂ ਕੁ ਵਸਤੂਆਂ ਦੇ ਬਿਨਾਂ ਨਹੀਂ ਸਰਦਾ ਜ਼ਰੂਰੀ ਹੈ ਉਨੀਆਂ ਕੀ ਵਸਤੂਆਂ ਇੱਥੋਂ ਤੁਸੀਂ ਉਠਾਉਣੀਆਂ ਹਨ। ਅਪਰ ਸਰਬ ਹੀ ਤਿਆਗਨ ਕੀਜੈ, ਬਾਕੀ ਸਭ ਵਸਤੂਆਂ ਦਾ ਇੱਥੇ ਤਿਆਗ ਕਰ ਦੇਣਾ ਹੈ। ਵਹਿਰ ਗੰਗ ਸਰ ਪਰ ਹਮ ਖਰੇ, ਅਸੀਂ ਇਸ ਨਗਰ ਤੋਂ ਬਾਹਰ ਗੰਗ ਸਰ ਨਾਮ ਦਾ ਇੱਕ ਖੂਹ ਸੀ ਜਿਹੜਾ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਗੁਰੂ ਨਾਨਕ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਵਕਤ ਇਹ ਨਗਰ ਵਸਾਇਆ ਕਰਤਾਰਪੁਰ ਸਾਹਿਬ, ਇੱਕ ਬੜਾ ਲੰਮਾ ਤੇ ਚੌੜਾ ਖੂਹ ਬਣਵਾਇਆ ਸੀ ਇੱਥੇ। ਇੱਥੋਂ ਦੀ ਸੰਗਤ ਦੇ ਜਲ ਦੀ ਘਾਟ ਨੂੰ ਪੂਰੀ ਕਰਨ ਦੇ ਲਈ, ਪਾਣੀ ਦੀ ਘਾਟ ਦੀ ਪੂਰਤੀ ਦੇ ਵਾਸਤੇ ਇਹ ਖੂਹ ਲਵਾਇਆ ਸੀ ਔਰ ਇਸ ਦਾ ਨਾਮ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਗੰਗਸਰ ਰੱਖਿਆ ਸੀ। ਇਹ ਤਕਰੀਬਨ 1656 ਈਸਵੀ ਸੰਮਤ ਨੂੰ ਲਵਾਇਆ ਇਹ ਖੂਹ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਿਤਾ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਥੋੜਾ ਜਿਹਾ ਹਟ ਕੇ ਸੀ ਇਹ ਨਗਰ ਤੋਂ, ਬਾਰ-ਬਾਰ ਸੀ। ਮਹਾਰਾਜ ਕਹਿੰਦੇ ਅਸੀਂ ਇੱਥੇ ਹੀ ਇਸ ਖੂਹ ਤੇ ਖਲੋਤੇ ਆਂ ਗੰਗਸਰ ਵਾਲੇ ਤੇ, ਤੂੰ ਘਰ ਦੇ ਵਿੱਚ ਜਾ, ਛੇਤੀ ਦੇ ਨਾਲ ਸਾਰੀ ਤਿਆਰੀ ਕਰਵਾ ਲੈ ਤੇ ਸਾਰਿਆਂ ਨੂੰ ਤਿਆਰ ਕਰਕੇ ਬਾਹਰ ਇਧਰ ਕੀਰਤਪੁਰ ਸਾਹਿਬ ਵਾਲੇ ਪੰਨੇ ਨੂੰ ਰਵਾਨਾ ਹੋਣ ਦੇ ਲਈ ਲੈ ਕੇ ਆ ਜਾ। ਤੋਹਿ ਪ੍ਰਤੀਖਹਿ ਥਿਰਤਾ ਕਰੇ, ਇੱਥੇ ਖਲੋ ਕਰਕੇ ਅਸੀਂ ਤੇਰੀ ਉਡੀਕ ਕਰਾਂਗੇ। ਜਥਾ ਜੋਗ ਦੀਜਹਿ ਅਸਵਾਰੀ, ਜਿਸ ਜਿਸ ਨੂੰ ਜਿਸ ਜਿਸ ਜੋਗ ਹੋਵੇ ਉਸੇ ਉਸੇ ਤਰੀਕੇ ਤੂੰ ਅਸਵਾਰੀ ਦੇਣੀ। ਜਿਹਨੂੰ ਰੱਥ ਦੀ ਲੋੜ ਹੈ ਰੱਥ ਦੇ ਉੱਪਰ ਸਵਾਰ ਕਰਾਉਣਾ, ਜਿਹੜਾ ਘੋੜੇ ਦੇ ਉੱਪਰ ਸਵਾਰ ਹੋਣ ਦੇ ਯੋਗ ਹੈ ਉਹਨੂੰ ਘੋੜੇ ਦੇ ਉੱਪਰ ਸਵਾਰ ਕਰਾਉਣਾ। ਅਨਹੁ ਸੰਗ ਸਰਬ ਕਰ ਤਿਆਰੀ, ਇਉਂ ਇਸ ਤਰੀਕੇ ਨਾਲ ਸਾਰਿਆਂ ਨੂੰ ਤਿਆਰ ਕਰਕੇ ਸਾਡੇ ਨਾਲ ਲੈ ਕੇ ਆ ਛੇਤੀ ਨਾਲ। ਵਿਧੀ ਚੰਦ ਸੁਨ ਗਮਨਿਓ ਪੂਰਨ, ਸੁਣ ਕੇ ਬਾਬਾ ਵਿਧੀ ਚੰਦ ਸਾਹਿਬ ਹੁਕਮ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਛੇਤੀ ਦੇ ਨਾਲ ਦੌੜੇ। ਕਰਿਓ ਸੁਨਾਏ ਹੁਕਮ ਗੁਰ ਪੂਰਨ, ਔਰ ਗੁਰੂ ਕੇ ਮਹਿਲਾਂ ਦੇ ਵਿੱਚ ਪਹੁੰਚ ਕੇ ਪੂਰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਹੁਕਮ ਸੁਣਾਇਆ ਹੈ। ਦੋਹਰਾ ਸੁਨ ਅਮਰ ਵਾਹੀ ਨਾਨਕੀ ਘਰ ਕੀ ਵਸਤ ਸੰਭਾਰ, ਜਦੋਂ ਸੁਣਿਆ ਹੈ ਮਾਤਾ ਮਰਵਾਹੀ ਜੀ ਔਰ ਮਾਤਾ ਨਾਨਕੀ ਜੀ ਨੇ ਸਤਿਗੁਰਾਂ ਦਾ ਹੁਕਮ ਕਿਸ ਨਗਰ ਦੇ ਵਿੱਚੋਂ ਹੁਣੇ ਚਾਲੇ ਪਾਉਣੇ ਆ ਕੀਰਤਪੁਰ ਸਾਹਿਬ ਵਾਸਤੇ, ਜਿਹੜੀਆਂ ਜ਼ਰੂਰੀ ਵਸਤੂਆਂ ਸਨ ਲੋੜੀਂਦੀਆਂ ਦੋਵਾਂ ਮਾਤਾਵਾਂ ਨੇ ਸੰਭਾਲ ਲਈਆਂ। ਵਿਧੀ ਚੰਦ ਕੇ ਹਾਥ ਕਰ ਲਾਦੀ ਸਕਟ ਮਝਾਰ, ਔਰ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਹੱਥਾਂ ਦੇ ਰਾਹੀਂ ਇਹ ਵਸਤੂਆਂ ਗੱਡਿਆਂ ਦੇ ਉੱਪਰ ਲੱਦ ਲਈਆਂ ਜੀ। ਚੌਪਈ ਖੇਪ ਕੋਇਰ ਸੂਰਜ ਮਲਦਾਰਾ, ਉਸ ਸਮੇਂ ਮਾਤਾ ਖੇਮ ਕੌਰ ਜੀ ਜੋ ਗੁਰੂ ਕੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ ਦੇ ਪਤਨੀ ਹੈ,
ਉਹ ਵੀ ਤਿਆਰ ਹੋ ਗਏ। ਨੁਖਾ ਗੂਜਰੀ ਦੁਤੀ ਉਦਾਰਾ ਸਤਿਗੁਰਾਂ ਦੀ ਦੂਜੀ ਨੌ ਜਿਨ੍ਹਾਂ ਦਾ ਨਾਮ ਉਸ ਸਮੇਂ ਮਾਤਾ ਗੁਜਰੀ ਹੈ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਮਹਿਲ, ਉਹ ਵੀ ਸਵਾਰੀ ਦੇ ਵਾਸਤੇ ਤਿਆਰ ਹੋਏ ਜੀ। ਸ਼ੀਗਰ ਚੜਾਏ ਰੁਚਿਰ ਜੁਗ ਡੋਰੇ ਇਹਨਾਂ ਦੋਵਾਂ ਮਾਤਾਵਾਂ ਨੂੰ ਛੇਤੀ ਦੇ ਨਾਲ ਸੁੰਦਰ ਡੋਲਿਆਂ ਦੇ ਵਿੱਚ ਭਾਵ ਪਾਲਕੀਆਂ ਦੇ ਵਿੱਚ ਅਸਵਾਰ ਕਰਵਾਇਆ ਹੈ। ਨਿਕਸੀ ਵਹਿਰ ਗੰਗ ਸਰ ਓਰੇ ਔਰ ਚਾਲੇ ਪਾ ਦਿੱਤੇ ਹਨ ਗੰਗਸਰ ਸਾਹਿਬ ਵਾਲੇ ਅਸਥਾਨ ਵਾਲੇ ਪਾਸੇ ਨੂੰ, ਜਿੱਥੇ ਮੀਰੀ ਪੀਰੀ ਦੇ ਮਾਲਕ ਉਡੀਕ ਰਹੇ ਹਨ ਜੀ। ਦੁਆ ਖਾਸੇ ਇੱਕ ਪਰ ਮਰਵਾਹੀ ਉਸ ਸਮੇਂ ਦੋ ਹੋਰ ਪਾਲਕੀਆਂ ਲਈਆਂ, ਜਿਨ੍ਹਾਂ ਦੇ ਉੱਪਰ ਇੱਕ ਵਿੱਚ ਮਾਤਾ ਮਰਵਾਹੀ ਜੀ ਦੀ ਸਵਾਰੀ ਕਰਵਾਈ ਗਈ, ਚੜੀ ਨਾਨਕੀ ਦੂਸਰ ਮਾਹੀ ਔਰ ਦੂਸਰੀ ਖਾਸੀ ਦੇ ਵਿੱਚ ਭਾਵ ਪਾਲਕੀ ਦੇ ਵਿੱਚ ਮਾਤਾ ਨਾਨਕੀ ਜੀ ਨੇ ਸਵਾਰੀ ਕੀਤੀ ਹੈ। ਸ੍ਰੀ ਗੁਰ ਦਿੱਤਾ ਸਯੰਦਨ ਚਰੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਇਹ ਰੱਥ ਦੇ ਵਿੱਚ ਉਸ ਸਮੇਂ ਸਵਾਰ ਹੋਏ। ਸ੍ਰੀ ਹਰਿ ਰਾਏ ਨਿਕਟ ਥਿਰ ਕਰੇ ਔਰ ਆਪਣੇ ਸੁਪੁੱਤਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਜਿਹੜੇ ਉਸ ਸਮੇਂ ਬਾਲਕ ਅਵਸਥਾ ਦੇ ਵਿੱਚ ਹੈ, ਉਹਨਾਂ ਨੂੰ ਆਪਣੇ ਨਾਲ ਹੀ ਬਿਠਾਇਆ ਬਾਬਾ ਗੁਰਦਿੱਤਾ ਸਾਹਿਬ ਨੇ। ਵਿਧੀ ਚੰਦ ਸਿੱਖ ਆਦਿਕ ਨਾਰੀ ਬਾਬਾ ਵਿਧੀ ਚੰਦ ਸਾਹਿਬ ਤੇ ਹੋਰ ਜਿਹੜੀਆਂ ਸਿੱਖਾਂ ਦੀਆਂ ਪਤਨੀਆਂ ਹਨ, ਸਕਲ ਭਈ ਬਹਿਲਨ ਅਸਵਾਰੀ ਉਹ ਸਾਰੇ ਦੇ ਸਾਰੇ ਹੋਰ ਜਿਹੜੇ ਸਵਾਰ ਹੈ ਉਹ ਗੱਡਿਆਂ ਦੇ ਉੱਪਰ ਸਵਾਰ ਹੋ ਗਏ। ਸ੍ਰੀ ਗੁਰੂ ਤੇਗ ਬਹਾਦਰ ਚੰਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਅਣੀ ਰਾਏ ਹੈ ਚੜੇ ਬਿਲੰਦ ਔਰ ਬਾਬਾ ਅਣੀ ਰਾਏ ਜੀ ਇਹ ਘੋੜਿਆਂ ਦੇ ਉੱਪਰ ਸਵਾਰ ਹੋਏ ਹਨ ਜੀ। ਬਾਬਕ ਗੁਰੂ ਰਬਾਬੀ ਦਾਰਾ ਜੋ ਗੁਰੂ ਸਾਹਿਬ ਜੀ ਦਾ ਹਜ਼ੂਰੀ ਰਵਾਬੀ ਉਸ ਸਮੇਂ ਦਾ ਹੈ ਬਾਬਾ ਬਾਬਕ, ਉਹਨਾਂ ਦੀ ਜਿਹੜੀ ਧਰਮ ਸੁਪਤਨੀ ਹੈ, ਤੁਰਤ ਬਹਿਲ ਪਰ ਹੈ ਅਸਵਾਰਾ ਇਹ ਵੀ ਤੁਰਤ ਛੇਤੀ ਦੇ ਨਾਲ ਗੱਡਿਆਂ ਦੇ ਉੱਪਰ ਸਵਾਰ ਹੋ ਗਏ ਪਰਿਵਾਰ ਸਮੇਤ। ਵਿਧੀ ਚੰਦ ਕੋ ਨੰਦਨ ਸਿਆਨੋ ਬਾਬਾ ਵਿਧੀ ਚੰਦ ਸਾਹਿਬ ਜੀ ਦਾ ਜਿਹੜਾ ਸੁਪੁੱਤਰ ਹੈ ਬੜਾ ਸਿਆਣਾ ਸਮਝਦਾਰ, ਲਾਲ ਚੰਦ ਚੜ ਕੀਨ ਪਿਆਨੋ ਜਿਨ੍ਹਾਂ ਦਾ ਨਾਮ ਭਾਈ ਲਾਲ ਚੰਦ ਜੀ ਹੈ, ਇਹ ਵੀ ਗੱਡੇ ਦੇ ਵਿੱਚ ਸਵਾਰ ਹੋਏ ਚੜ ਕਰਕੇ। ਇਹਨਾਂ ਨੇ ਵੀ ਇਉਂ ਦਲ ਦੇ ਨਾਲ ਸਾਰੇ ਪਰਿਵਾਰ ਦੇ ਨਾਲ ਚਾਲਾ ਪਾਇਆ ਹੈ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ। ਵਿਚਾਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੀ ਦੇ ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਵਿਧੀ ਚੰਦ ਕੋ ਨੰਦਨ ਸਿਆਨੋ ਲਾਲ ਚੰਦ